ਭਾਗ 3 ਵਿੱਚ ਆਪਾਂ ਗੱਲ ਖ਼ਤਮ ਕੀਤੀ ਸੀ ਗੁਰੂ ਨਾਨਕ ਜੀ ਦੇ ਕਾਲ ਦੇ ਸ਼ੁਰੂ ਹੋਣ ਅਤੇ ਉੱਧਰ ਦਿੱਲੀ ਤਖ਼ਤ ਉੱਪਰ ਬਾਬਰ ਦੇ ਕਾਬਜ਼ ਹੋਣ ਤੱਕ। ਬਾਬਰ ਉੱਤਰ ਪੱਛਮ ਵੱਲੋਂ ਕਾਬਲ ਤੋਂ ਇੱਧਰ ਆਇਆ ਸੀ। ਬਾਬਰ ਪਿਓ ਵੱਲੋਂ 5ਵੀਂ ਪੀੜ੍ਹੀ 'ਚ ਤੈਮੂਰ ਨਾਲ ਜੁੜਦਾ ਸੀ ਅਤੇ ਮਾਂ ਵੱਲੋਂ 14ਵੀਂ ਪੀੜ੍ਹੀ ਵਿੱਚ ਚੰਗੇਜ਼ ਖਾਨ ਨਾਲ। ਬਾਬਰ ਦੇ ਪੁਰਖੇ ਉੱਧਰ ਮਿਰਜ਼ਾ ਕਹਾਉਂਦੇ ਸਨ। ਇਹਨਾਂ ਦਿੱਲੀ ਤਖ਼ਤ 'ਤੇ ਬੈਠ ਪਾਤਸ਼ਾਹ ਦੀ ਉਪਾਧੀ ਧਾਰਨ ਕੀਤੀ। ਪਹਿਲੇ ਸ਼ਾਸਕ ਸੁਲਤਾਨ ਦੀ ਉਪਾਧੀ ਧਾਰਨ ਕਰਦੇ ਸਨ। ਬਾਬਰ ਨੇ ਹੀ ਪਹਿਲੀ ਵਾਰ ਜੰਗ ਵਿੱਚ ਤੋਪਾਂ ਦਾ ਇਸਤੇਮਾਲ ਕੀਤਾ ਸੀ। 1526 ਤੋਂ 1530 ਤੱਕ ਬਾਬਰ ਦਾ ਰਾਜ ਰਿਹਾ। 1540 ਵਿੱਚ ਬਾਬਰ ਮਰਿਆ ਤਾਂ ਪਹਿਲੇ ਆਗਰੇ ਦਫਨਾਇਆ ਗਿਆ ਤੇ ਫਿਰ ਦੁਬਾਰਾ ਕਾਬਲ ਲਿਜਾ ਦਫਨ ਕੀਤਾ ਗਿਆ। ਕਾਬਲ ਦਫਨ ਹੋਣਾ ਉਸ ਦੀ ਆਖਰੀ ਇੱਛਾ ਸੀ। ਬਾਬਰ ਪੰਜਾਬ ਅਤੇ ਦਿੱਲੀ ਦੋਹੀਂ ਥਾਈਂ ਕਾਬਜ਼ ਸੀ। ਮੁਗਲ ਔਰੰਗਜ਼ੇਬ ਤੱਕ ਪੰਜਾਬ 'ਤੇ ਕਾਬਜ਼ ਹੁਕਮਰਾਨ ਰਹੇ। 1530 ਈਸਵੀ ਵਿੱਚ ਬਾਬਰ ਦਾ ਪੁੱਤਰ ਨਸੀਰੂਦੀਨ ਮੁਹੰਮਦ ਹਮਾਯੂ ਤਖ਼ਤ 'ਤੇ ਬੈਠਾ। ਅਫਗਾਨ ਸੁਲਤਾਨ ਫਰੀਦ ਖਾਨ, ਜਿਹਨੂੰ ਸ਼ੇਰ ਸ਼ਾਹ ਸੂਰੀ ਕਿਹਾ ਜਾਂਦਾ ਸੀ, ਨੇ ਹਮਾਯੂ ਨੂੰ ਹਰਾ ਦਿੱਲੀ ਦੇ ਤਖ਼ਤ 'ਤੇ ਕਬਜ਼ਾ ਕਰ ਲਿਆ। ਹਮਾਯੂ ਈਰਾਨ ਭੱਜ ਗਿਆ ਹਾਰ ਕੇ। ਇਹ ਗੁਰੂ ਅੰਗਦ ਦੇਵ ਜੀ ਦਾ ਵੇਲਾ ਸੀ। ਕੁਝ ਸਾਖੀਕਾਰ ਖਡੂਰ ਸਾਹਿਬ ਹਮਾਯੂ ਦੇ ਦਰਸ਼ਨ ਲਈ ਆਉਣ ਦਾ ਉਸ ਵੇਲੇ ਦੱਸਦੇ ਹਨ, ਪਰ ਇਹ ਨਿਰੀ ਸਾਖੀ ਹੀ ਲੱਗਦੀ ਹੈ, ਮਿਥਿਹਾਸ ਹੀ ਲੱਗਦਾ ਹੈ। ਸ਼ੇਰ ਸ਼ਾਹ ਸੂਰੀ ਨੇ ਹੀ ਚਾਂਦੀ ਦਾ ਸਿੱਕਾ ਚਲਾਇਆ ਸੀ, ਜਿਸ ਨੂੰ ਰੁਪਇਆ ਕਿਹਾ ਜਾਂਦਾ ਹੈ। ਨੈਸ਼ਨਲ ਹਾਈਵੇ ਨੰਬਰ 1 ਅਤੇ 2 ਇਹਦੇ ਸਮੇਂ ਵਿੱਚ ਹੀ ਬਣਾਏ ਗਏ ਸਨ ਪਹਿਲੀ ਵਾਰ। ਸ਼ੇਰ ਸ਼ਾਹ ਸੂਰੀ ਦੇ ਪਰਿਵਾਰ ਵਾਲੇ ਬਿਹਾਰ ਵਿੱਚ ਇਬਰਾਹਿਮ ਲੋਧੀ ਦੇ ਜਗੀਰਦਾਰ ਸਨ ਕਿਸੇ ਵੇਲੇ। ਇਹ ਵੀ ਬਾਬਰ ਦਾ ਛੋਟਾ ਮੋਟਾ ਸੈਨਾਪਤੀ ਵੀ ਰਿਹਾ ਸੀ ਕਿਸੇ ਵੇਲੇ। 1530 ਤੋਂ 1540 ਤੱਕ ਹਮਾਯੂ ਦਿੱਲੀ ਦੇ ਤਖ਼ਤ 'ਤੇ ਕਾਬਜ਼ ਸੀ। 1540 ਤੋਂ 1555 ਤੱਕ ਸ਼ੇਰ ਸ਼ਾਹ ਸੂਰੀ ਅਤੇ ਉਸ ਦੇ ਵਾਰਿਸ ਦਿੱਲੀ 'ਤੇ ਰਾਜ ਕਰਦੇ ਰਹੇ। ਹਮਾਯੂ ਫਾਰਸ ਮਤਲਬ ਈਰਾਨ ਦੇ ਸ਼ਾਸਕ ਦੀ ਫੌਜ ਦੀ ਮਦਦ ਨਾਲ 1555 ਵਿੱਚ ਮਾਛੀਵਾੜੇ ਅਤੇ ਫਿਰ ਕੁਝ ਦਿਨਾਂ ਬਾਅਦ ਸਰਹੰਦ ਕੋਲ ਅਫਗਾਨਾ ਮਤਲਬ ਸ਼ੇਰ ਸ਼ਾਹ ਸੂਰੀ ਦੀ ਫੌਜ ਨੂੰ ਹਰਾ ਫਿਰ ਦਿੱਲੀ ਦੇ ਤਖ਼ਤ 'ਤੇ ਕਾਬਜ਼ ਹੋ ਗਿਆ, ਪਰ ਸਾਲ ਅੰਦਰ ਹੀ ਉਹ ਮਰ ਗਿਆ। ਬਾਬਰ ਨੂੰ ਤਾਂ ਪੁਰਖਿਆਂ ਦੀ ਧਰਤੀ ਨਸੀਬ ਹੋ ਗਈ ਦਫਨ ਲਈ, ਪਰ ਉਸਦੇ ਪੁੱਤਰ ਹਮਾਯੂ ਨੂੰ ਦਿੱਲੀ ਵਿੱਚ ਹੀ ਦਫਨਾਇਆ ਗਿਆ। 1556 ਵਿੱਚ ਹਮਾਯੂ ਦੀ ਮੌਤ ਤੋਂ ਬਾਅਦ ਬਚੇ ਖੁਚੇ ਅਫਗਾਨਾਂ ਨੇ ਦਿੱਲੀ ਦੇ ਆਗਰੇ ਉੱਪਰ ਕਬਜ਼ਾ ਕਰ ਲਿਆ। ਅਗਵਾਈ ਕੀਤੀ ਸੀ ਇੱਕ ਹਿੰਦੂ ਹੇਮੂ ਨੇ। ਹੇਮੂ ਨੇ 1556 ਈਸਵੀ ਵਿੱਚ ਦਿੱਲੀ ਆਗਰੇ 'ਤੇ ਕਬਜ਼ਾ ਕਰ ਲਿਆ। 7 ਅਕਤੂਬਰ 1556 ਈਸਵੀ ਵਿੱਚ ਹੇਮਚੰਦਰ ਵਿਕਰਮਾਦੱਤ ਦੀ ਉਪਾਧੀ ਧਾਰਨ ਕਰ ਆਪਣੇ ਆਪ ਨੂੰ ਰਾਜਾ ਘੋਸ਼ਿਤ ਕਰ ਦਿੱਤਾ। ਉਸਨੇ ਹਾਰੇ ਹੋਏ ਮੁਗਲ ਭੱਜੇ ਅਕਬਰ ਵੱਲ। ਅਕਬਰ ਉਦੋਂ ਪੰਜਾਬ ਵਿੱਚ ਸੀ। ਉਸ ਵੇਲੇ ਉਸ ਦੀ ਉਮਰ 13-14 ਸਾਲ ਸੀ। ਬੈਰਮ ਖਾਨ ਫੌਜ ਸਮੇਤ ਨਾਲ ਸੀ। ਕਲਾਨੌਰ ਨਜ਼ਦੀਕ ਹੀ ਉਹਨਾਂ ਨੂੰ ਹਮਾਯੂ ਦੀ ਮੌਤ ਦੀ ਖਬਰ ਲੱਗੀ। ਬੈਰਮ ਖਾਨ ਨੇ ਕਲਾਨੌਰ 'ਚ ਹੀ ਅਕਬਰ ਦਾ ਰਾਜ ਅਭਿਸ਼ੇਕ ਕਰ ਦਿੱਤਾ ਸੀ। ਅੱਜ ਵੀ ਉੱਥੇ ਕੁਝ ਸਮਾਰਕ ਹਨ। ਮੁਗਲਾਂ ਨੇ ਅਕਬਰ ਦੀ ਅਗਵਾਈ 'ਚ ਫੌਜ ਇਕੱਠੀ ਕਰ ਦਿੱਲੀ ਵੱਲ ਚਾਲੇ ਪਾ ਦਿੱਤੇ। ਪਾਣੀਪਤ ਲਾਗੇ ਟਕਰਾਅ ਹੋਇਆ। ਇਹ ਹੀ ਪਾਣੀਪਤ ਦਾ ਦੂਜਾ ਯੁੱਧ ਕਿਹਾ ਜਾਂਦਾ ਹੈ। ਤਕੜੀ ਜੰਗ 'ਚ ਅਫਗਾਨਾਂ ਦੀ ਹਾਰ ਹੋਈ ਅਤੇ ਹੇਮੂ ਯੁੱਧ ਵਿੱਚ ਮਾਰਿਆ ਜਾਂਦਾ ਹੈ। ਇੱਥੇ ਇਹ ਵੀ ਮਸ਼ਹੂਰ ਹੈ ਕਿ ਬੈਰਮ ਖਾਨ ਨੇ ਵਿਰੋਧੀ ਫੌਜਾਂ
ਨੂੰ ਫੜ ਅੱਤ ਦਾ ਕਤਲੇਆਮ ਕੀਤਾ। ਕਹਿੰਦੇ ਇੱਕ ਵਾਰ ਤਾਂ ਬਾਬਰ ਵੀ ਇਹ ਖੂਨ ਖਰਾਬਾ ਦੇਖ ਦਿਲ ਛੱਡ ਗਿਆ ਸੀ। ਜਾਣਕਾਰੀ ਲਈ, ਪਾਣੀਪਤ ਦੀ ਪਹਿਲੀ ਲੜਾਈ 1520 ਈਸਵੀ 'ਚ ਅਫਗਾਨੀ ਇਬਰਾਹਿਮ ਲੋਧੀ ਤੇ ਮੁਗਲ ਬਾਬਰ ਵਿੱਚ ਹੋਈ ਅਤੇ ਦੂਜੀ ਅਕਬਰ ਅਤੇ ਹੈਮੂ ਦੀ ਅਗਵਾਈ ਵਾਲੇ ਅਫਗਾਨਾਂ ਵਿਚਕਾਰ ਹੋਈ। ਅਕਬਰ ਦਾ ਸ਼ਾਸਕ 1556 ਤੋਂ ਲੈ ਕੇ 1605 ਈਸਵੀ ਤੱਕ ਰਿਹਾ। ਇੱਧਰ ਪੰਜਾਬ ਵਿੱਚ ਗੁਰੂ ਅਮਰਦਾਸ ਜੀ, ਗੁਰੂ ਨਾਨਕ ਜੀ ਦੀ ਗੱਦੀ ਤੇ ਸਨ। ਇਹ ਸਮਾਂ ਕੁਝ ਸੌਖੇ ਸਾਹ ਦਾ ਰਿਹਾ। ਪੰਜਾਬ ਵਿੱਚ ਚੌਥੇ ਗੁਰੂ ਰਾਮਦਾਸ ਜੀ ਵੇਲੇ ਹਰਿਮੰਦਰ ਸਾਹਿਬ ਦਾ ਨਿਰਮਾਣ ਹੋਇਆ। ਅੱਜ ਵੀ ਅੰਮ੍ਰਿਤਸਰ ਨੂੰ ਆਮ ਲੋਕ ਪਿਆਰ ਅਤੇ ਆਪਣੇਪਨ ਨਾਲ ਗੁਰੂ ਰਾਮਦਾਸ ਦੀ ਨਗਰੀ ਕਹਿੰਦੇ ਹਨ। ਫਿਰ ਗੁਰੂ ਅਰਜਨ ਦੇਵ ਜੀ ਗੁਰਗੱਦੀ ਤੇ ਬੈਠੇ। ਉਧਰ ਚੌਥਾ ਬਾਦਸ਼ਾਹ ਮੁਗਲ ਬਾਦਸ਼ਾਹ ਜਹਾਂਗੀਰ ਜ਼ੇਰਾ ਅਕਬਰ ਦਾ ਪੁੱਤਰ ਨੂਰਦੀਨ ਮੁਹੰਮਦ ਜਹਾਂਗੀਰ ਸੀ। 1605 ਈਸਵੀ ਵਿੱਚ ਤਖਤ ਤੇ ਬੈਠਾ। 1627 ਤੱਕ ਇਸ ਦਾ ਰਾਜ ਰਿਹਾ। ਇਹ ਵੀ ਸਿਕੰਦਰ ਲੋਧੀ ਵਾਂਗ ਮਜ਼੍ਹਬੀ ਨਫ਼ਰਤ ਨਾਲ ਭਰਿਆ ਪਿਆ ਸੀ। ਇਹ ਹਿੰਦੂ ਰਾਣੀ ਹਰਕਾ ਬਾਈ ਦਾ ਪੁੱਤਰ ਸੀ। ਇਹ ਦੋਵੇਂ ਉਸ ਕਾਲਖੰਡ ਵਿੱਚ ਮਜ਼੍ਹਬੀ ਨਫ਼ਰਤ ਦੇ ਅੱਤ ਦੇ ਸ਼ਿਕਾਰ ਸਨ। ਜਹਾਂਗੀਰ ਨੇ ਆਪਣੀ ਆਤਮ ਕਥਾ ਜੁਜ਼ਕੇ ਬਾਬਰੀ ਲਿਖੀ। ਸਾਡਾ ਸਕੂਲੀ ਇਤਿਹਾਸ ਕੁਝ ਹੋਰ ਹੀ ਦੱਸਦਾ ਹੈ। ਉਸਦੀ ਇਹ ਪੋਲ ਕਿਤਾਬ ਖੋਲ੍ਹ ਕੇ ਰੱਖ ਦਿੰਦੀ ਹੈ। ਉਂਝ ਇਹਨੇ ਆਪ ਵੀ ਹਿੰਦੂ ਔਰਤਾਂ ਨਾਲ ਵਿਆਹ ਕੀਤੇ। ਰਾਜਾ ਮਾਨ ਸਿੰਘ ਦੀ ਭੈਣ ਨਾਲ ਵਿਆਹ ਹੋਇਆ ਜਹਾਂਗੀਰ ਦਾ, ਤੇ ਉਸ ਤੋਂ ਪੁੱਤਰ ਹੋਇਆ ਇਸ ਦਾ ਖੁਸਰੋ। ਇੱਕ ਹੋਰ ਵਿਆਹ ਜੋਧਪੁਰ ਦੇ ਰਾਜਾ ਦੀ ਕੁੜੀ ਜਗਤ ਗੋਸਾਈ ਨਾਲ ਹੋਇਆ, ਜਿਸ ਤੋਂ ਪੁੱਤਰ ਹੋਇਆ ਸੀ ਖੁਰਮ, ਜਿਹੜਾ ਬਾਅਦ ਵਿੱਚ ਸ਼ਾਹਜਹਾਂ ਕਹਾਇਆ ਅੱਗੇ। ਜਹਾਂਗੀਰ ਦੇ ਪੁੱਤਰ ਖੁਸਰੋ ਨੇ 1606 ਈਸਵੀ ਵਿੱਚ ਵਿਦਰੋਹ ਕੀਤਾ ਸੀ ਗੱਦੀ ਪ੍ਰਾਪਤੀ ਲਈ, ਕਿਉਂਕਿ ਕਹਿੰਦੇ ਨੇ ਕਿ ਜਹਾਂਗੀਰ ਅੱਤ ਦਾ ਸ਼ਰਾਬੀ ਸੀ। ਵਿਦਰੋਹ ਕੁਚਲ ਦਿੱਤਾ ਗਿਆ। ਜਹਾਂਗੀਰ ਨੇ ਆਪਣੇ ਹੀ ਪੁੱਤਰ ਖੁਸਰੋ ਦੀਆਂ ਅੱਖਾਂ ਕਢਵਾ ਕੇ ਉਸ ਨੂੰ ਅੰਨਾ ਕਰ ਜੇਲ੍ਹ ਵਿੱਚ ਸੁੱਟ ਦਿੱਤਾ। ਇਹ ਉਸ ਦੀ ਹਵਾਨੀਅਤ ਹੀ ਸੀ। ਇਸੇ ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਦਾ ਕਤਲ ਕਰਾਇਆ ਸੀ। ਜਹਾਂਗੀਰ ਦੀ ਮਜ਼੍ਹਬੀ ਨਫ਼ਰਤ ਬਾਰੇ ਤਾਂ ਦੱਸਿਆ ਹੀ ਹੈ। ਕਹਿੰਦੇ ਨੇ ਕਿ ਖੁਸਰੋ ਤਰਨਤਾਰਨ ਆ ਕੇ ਗੁਰੂ ਅਰਜਨ ਦੇਵ ਜੀ ਨੂੰ ਮਿਲਿਆ ਸੀ। ਜਿਹੜਾ ਵੀ ਖੁਸਰੋ ਦਾ ਸਕਾ ਲੱਗਾ, ਜਹਾਂਗੀਰ ਨੇ ਉਸ ਨੂੰ ਸਜ਼ਾ ਦਿੱਤੀ। ਗੁਰੂ ਜੀ ਨੂੰ ਵੀ ਭਾਰੀ ਜੁਰਮਾਨਾ ਕੀਤਾ ਗਿਆ। ਉਹਨਾਂ ਭਰਿਆ ਨਹੀਂ, ਤਾਂ ਉਹਨਾਂ ਨੂੰ ਫੜ ਕੇ ਲਾਹੌਰ ਵਿੱਚ ਕੈਦ ਕਰ ਦਿੱਤਾ ਗਿਆ। ਇੱਕ ਖਾਸ ਗੱਲ, ਉਦੋਂ ਜਹਾਂਗੀਰ ਦਾ ਤੀਜਾ ਪੁੱਤਰ ਸਲੀਮ ਸ਼ਾਹਜਹਾਂ ਪੰਜਾਬ ਦਾ ਨਵਾਬ ਸੀ। ਲਾਹੌਰ ਦੇ ਦੀਵਾਨ ਚੰਦੂ, ਜੋ ਗੁਰੂ ਦਾ ਕੁੜਮ ਸੀ ਪਰ ਰਿਸ਼ਤਾ ਟੁੱਟਣ ਤੇ ਵਿਰੋਧੀ ਹੋ ਗਿਆ ਸੀ, ਜਾਂ ਸ਼ੇਖ ਅਹਿਮਦ ਸਰਹੰਦੀ ਵਰਗੇ ਨਕਸ਼ਬੰਦੀਆਂ ਦੀ ਚੁੱਕ, ਪਰ ਪ੍ਰਮੁੱਖ ਕਾਰਨ ਤਾਂ ਗੁਰੂ ਜੀ ਨੂੰ ਮਾਰਨ ਦਾ ਮਜ਼੍ਹਬੀ ਨਫ਼ਰਤ ਹੀ ਲੱਗਦੀ ਸੀ। ਜਾਂ ਖੁਸਰੋ ਵਾਲਾ ਕਿੱਸਾ। ਗੁਰੂ ਜੀ ਲਾਹੌਰ ਵਿੱਚ ਕੈਦ ਸਨ। ਉਹਨਾਂ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ। ਉੱਪਰ ਤੱਤੀ ਰੇਤ ਸੁੱਟੀ ਗਈ। ਤਸੀਹੇ ਦੇਣ ਨੂੰ ਕੁਝ ਇਤਿਹਾਸਕਾਰ ਲਿਖਦੇ ਹਨ ਕਿ ਪਾਣੀ ਵਿੱਚ ਵੀ ਉਬਾਲਿਆ ਗਿਆ। ਸਰੀਰ ਕਦੋਂ ਤੱਕ ਅਸਹਿ ਤਸੀਹੇ ਸਹਾਰਦਾ। 5 ਕੁ ਦਿਨਾਂ ਦੇ ਤਸੀਹਿਆਂ ਤੋਂ ਬਾਅਦ ਗੁਰੂ ਜੀ ਨੇ ਦੇਹ ਛੱਡ ਦਿੱਤੀ। ਦੇਹ ਕਹਿੰਦੇ ਰਾਵੀ ਦਰਿਆ ਵਿੱਚ ਰੋੜ ਦਿੱਤੀ ਗਈ। ਬਾਕੀ ਗੱਲ ਅੱਗੇ ਕਰਾਂਗੇ। ਜਹਾਂਗੀਰ ਵੇਲੇ ਹੀ ਅੰਗਰੇਜ਼ ਭਾਰਤ ਵਿੱਚ ਆਏ, ਜਿਨ੍ਹਾਂ ਚੋਂ 1606 ਈਸਵੀ ਵਿੱਚ ਹਾਕਿੰਸ ਅਤੇ 1615 ਈਸਵੀ ਵਿੱਚ ਟਾਮਰ ਰੋ
ਜ਼ਿਕਰਯੋਗ ਹਨ। ਬਾਕੀ ਅਗਲੇ ਭਾਗ ਵਿੱਚ।